नमस्कार, मैं हूं विकास सुखीजा। आप देख रहे हैं अब तक टाइम। दोस्तों, आपको बता दें, किसान नेता गुरनाम सिंह चुर्नी ने आज चंडीगढ़ में एक प्रेस कॉन्फ्रेंस का आयोजन कर आज गुरनाम चुर्नी संघर्ष पार्टी का ऐलान कर दिया है। गुरनाम सिंह चुर्नी ने पहला चुनाव पंजाब से लड़ने का ऐलान किया है और उनका कहना है कि इस बार उनकी पार्टी पंजाब की राजनीति में धमाल मचा देगी। आइए आपको दिखाते हैं गुरनाम सिंह चुर्नी की प्रेस कॉन्फ्रेंस जो उन्होंने चंडीगढ़ में की है। देखिए पूरी रिपोर्ट। मौन बातें खड़े हो। सब तो पहला ਅਸੀਂ ਸਾਰੇ ਪੱਤਰਕਾਰ ਭਰਾਵਾਂ ਨੂੰ ਜਿਹੜੇ ਹੋਰ ਸਾਡੇ ਵੀਰ ਸਾਡੀਆਂ ਭੈਣਾਂ ਇੱਥੇ ਮੌਜੂਦ ਨੇ, ਸਭ ਤੋਂ ਪਹਿਲਾਂ ਉਹਨਾਂ ਨੂੰ ਨਮਸਕਾਰ ਕਰਨਾ ਚਾਹਾਂਗੇ। ਸਾਥੀਓ, ਉਂਝ ਤੇ ਦੇਸ਼ ਦੇ ਵਿੱਚ ਬੜੀਆਂ ਪਾਰਟੀਆਂ ਬਣੀਆਂ, ਪਾਰਟੀਆਂ ਦੀ ਕੋਈ ਕਮੀ ਨਹੀਂ ਹੈ ਦੇਸ਼ ਦੇ ਵਿੱਚ। ਇਹ ਪਾਰਟੀਆਂ ਜਿਹੜੀਆਂ ਇਹਨਾਂ ਨੇ ਰਾਜਨੀਤੀ ਨੂੰ ਬਿਜ਼ਨਸ ਬਣਾ ਲਿਆ। ਪੈਸੇ ਤੋਂ ਸੱਤਾ, ਸੱਤਾ ਤੋਂ ਪੈਸਾ, ਫਿਰ ਪੈਸੇ ਤੋਂ ਸੱਤਾ, ਫਿਰ ਸੱਤਾ ਤੋਂ ਪੈਸਾ, ਤੇ ਗਰੀਬ ਜਿਹੜਾ ਹੋਰ ਗਰੀਬ ਹੁੰਦਾ ਜਾ ਰਿਹਾ, ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ। ਅੱਜ ਭੁੱਖਮਰੀ ਚ ਸਾਡਾ ਦੇਸ਼ 107 ਦੇਸ਼ਾਂ ਦੇ ਵਿੱਚ 102ਵੇਂ ਨੰਬਰ ਤੇ ਪਹੁੰਚ ਗਿਆ। ਕੁਪੋਸ਼ਣ ਦਾ ਹਾਲ ਇਹ ਹੈ ਕਿ 2014 ਦੀ ਜਿਹੜੀ ਰਿਪੋਰਟ ਆਈ ਹੈ ਰਾਸ਼ਟਰੀ ਨਮੂਨਾ ਸਰਵੇਖਣ ਦੀ, 45% ਬੱਚੇ ਸਾਡੇ ਕੁਪੋਸ਼ਿਤ ਹਨ। ਜੇ ਆਪਾਂ ਕਰੋਨਾ ਕਾਲ ਦਾ ਵਿੱਚ ਹਾਲ ਦੇਖੀਏ, 97% ਲੋਕਾਂ ਦੀ ਆਮਦਨ ਘਟੀ ਹੈ, 3% ਲੋਕਾਂ ਦੀ ਆਮਦਨ ਵਧੀ ਹੈ। ਇੱਕ ਬੰਦੇ ਦੀ ਆਮਦਨ 35 ਰੁਪਏ ਰਹਿ ਗਈ ਹੈ ਰੋਜ਼ ਦੀ, ਤੇ ਦੂਜੇ ਬੰਦੇ ਦੀ ਆਮਦਨ ਇੱਕ ਦਿਨ ਦੀ 2000 ਕਰੋੜ ਹੋ ਗਈ। ਹਾਲਾਤ ਇਹ ਹੈ ਕਿ ਇੱਕ ਬੰਦਾ ਜਿਉਂਦਾ ਰਹਿਣ ਕਾਬਲ ਨਹੀਂ ਬਚਿਆ, ਜਿਉਂਦਾ ਰਹਿਣ ਕਾਬਲ ਹਾਲਤ ਨਹੀਂ ਹੈ, ਇੰਨੀ ਉਹਦੇ ਕੋਲ ਕਮਾਈ ਨਹੀਂ ਹੈ। ਤੇ ਦੂਜੇ ਪਾਸੇ ਇੱਕ ਬੰਦੇ ਕੋਲ ਇੰਨੀ ਕਮਾਈ ਹੈ ਕਿ ਉਹ ਜੇ ਸਾਰਾ ਟੱਬਰ 2-2000 ਦੇ ਨੋਟ ਗਿਣਨ ਲੱਗੇ, ਸਾਰਾ ਟੱਬਰ ਪੂਰੇ ਦਿਨ 'ਚ ਨੋਟ ਨਹੀਂ ਗਿਣ ਸਕਦਾ। ਤੇ ਇਹ ਸਾਰਾ ਜਿਹੜਾ ਕਾਨੂੰਨ ਬਣੇ ਨੇ, ਇਹ ਸਾਰੀ ਜਿਹੜੀ ਹਾਲਾਤ ਪੈਦਾ ਹੋ ਰਹੀ ਹੈ, ਇੱਕ ਪੂੰਜੀਵਾਦ ਦਾ ਕਬਜ਼ਾ ਦੇਸ਼ ਤੇ ਹੋ ਰਿਹਾ ਹੈ, ਤੇ ਉਸ ਦਾ ਜਿਹੜਾ ਦੋਸ਼ੀ ਹੈ ਉਹ ਸਾਡੀ ਰਾਜਨੀਤੀ ਹੈ। ਤੇ ਉਸ ਰਾਜਨੀਤੀ 'ਚ ਬਦਲਾਅ ਲਿਆਉਣ ਵਾਸਤੇ ਅੱਜ ਜਿਹੜੀ ਦੇਸ਼ 'ਚ ਭੁੱਖਮਰੀ ਵਰਤੀ ਹੈ, ਜਿਹੜਾ ਇਲਾਜ ਆਮ ਬੰਦੇ ਦੀ ਸਮਰੱਥਾ ਤੋਂ ਬਾਹਰ ਹੋ ਗਿਆ ਹੈ, ਜਿਹੜੀ ਉਹਦੀ ਨਿੱਜੀ ਜ਼ਰੂਰਤਾਂ, ਜਿਹੜੀ ਜਿਉਂਦਾ ਰਹਿਣ ਵਾਸਤੇ ਜ਼ਰੂਰਤਾਂ ਦੀ ਉਹਨੂੰ ਲੋੜ ਹੈ, ਉਹ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਨੇ। ਤੇ ਉਹਨਾਂ ਦਾ ਜਿਹੜਾ ਦੋਸ਼ ਹੈ, ਉਹਨਾਂ ਦਾ ਜਿਹੜਾ ਕਸੂਰਵਾਰ ਹੈ, ਗੁਨਾਹਗਾਰ ਹੈ, ਉਹ ਸਾਡੀ ਰਾਜਨੀਤੀ ਆ ਜੀ। ਤੇ ਉਸ ਰਾਜਨੀਤੀ ਨੂੰ ਸ਼ੁੱਧ ਕਰਨ ਦੀ ਲੋੜ ਹੈ। ਰਾਜਨੀਤੀ ਦੂਸ਼ਿਤ ਹੋ ਗਈ ਹੈ, ਉਸ ਰਾਜਨੀਤੀ ਨੂੰ ਬਦਲਣ ਦੀ ਲੋੜ ਹੈ। ਅੱਜ ਅੰਗਰੇਜ਼ ਸਾਡੀ ਪਾਲਿਸੀ ਨਹੀਂ ਬਣਾ ਰਹੇ, ਅੱਜ ਸਾਡੇ ਦੇਸ਼ ਦੇ ਲੀਡਰ, ਸਾਡੇ ਦੇਸ਼ ਦੇ ਨੀਤੀਕਾਰ ਸਾਡੀ ਪਾਲਿਸੀ ਬਣਾ ਰਹੇ ਨੇ। ਤੇ ਸਾਡੇ ਦੇਸ਼ ਦੇ ਨੀਤੀਕਾਰਾਂ ਨੇ ਪੂੰਜੀਵਾਦ ਨੂੰ ਬੜਾਵਾ ਦਿੰਦੇ ਹੋਏ ਪੂੰਜੀਪਤੀਆਂ ਦੇ ਪੱਖ ਦੀਆਂ ਨੀਤੀਆਂ ਬਣਾਈਆਂ ਨੇ, ਆਮ ਗਰੀਬ ਬੰਦੇ ਦੀ ਪੱਖ ਦੀ ਨੀਤੀ ਨਹੀਂ ਬਣਾਈ। ਤੇ ਇਸ ਕਰਕੇ ਅੱਜ ਅਸੀਂ ਆਪਣੀ ਨਵੀਂ ਪਾਰਟੀ ਲਾਂਚ ਕਰ ਰਹੇ ਹਾਂ, ਸੰਯੁਕਤ ਸੰਘਰਸ਼ ਪਾਰਟੀ ਦੇ ਨਾਂ ਤੋਂ। ਤੇ ਸਾਡਾ ਮਕਸਦ ਜਿਹੜਾ ਹੋਏਗਾ ਉਹ ਰਾਜਨੀਤੀ ਨੂੰ ਸ਼ੁੱਧ ਕਰਨਾ ਹੈ, ਚੰਗੇ ਲੋਕਾਂ ਨੂੰ ਅੱਗੇ ਲਿਆਉਣਾ ਹੈ, ਮਾੜੇ ਲੋਕਾਂ ਨੂੰ, ਭ੍ਰਸ਼ਟ ਲੋਕਾਂ ਨੂੰ, ਉਹਨਾਂ ਨੂੰ ਜਿਹੜਾ ਦੇਸ਼ ਨੂੰ ਲੁੱਟ ਰਹੇ ਨੇ, ਜਿਹੜੇ ਦੇਸ਼ ਨੂੰ ਦੀ ਪਾਲਿਸੀ बड़े पूंजीपतियों के पक्ष दे विच बना रहे हैं, गरीबों को लुटण की पॉलिसी बना रहे हैं, उन्होंने लोगों
ਰਾਜਨੀਤੀ ਤੋਂ ਬਾਹਰ ਕਰਾਂਗੇ। ਤੇ ਸਾਡੀ ਜਿਹੜੀ ਪਾਰਟੀ ਹੈ ਉਹ ਧਰਮ ਨਿਰਪੇਖ ਹੋਏਗੀ, ਉਹ ਜਾਤੀ ਨਿਰਪੇਖ ਹੋਏਗੀ। ਅਸੀਂ ਇਸੇ ਕਰਕੇ ਅੱਜ ਉਸ ਚੀਜ਼ ਨੂੰ ਦਰਸਾਉਂਦੇ ਹੋਏ ਅਸੀਂ ਜਿਹੜਾ ਡਾਕਟਰ ਸ਼ੈਲੀ ਨੇ ਜਿਹੜੇ ਈਸਾਈ ਸਮਾਜ ਦੇ ਨੇ ਉਹਨਾਂ ਦੇ ਹੈੱਡ ਨੇ, ਅਸੀਂ ਦਲਿਤ ਸਮਾਜ ਦੇ ਜਿਹੜੇ ਰਾਜੂ ਜੀ ਨੇ ਉਹਨਾਂ ਨੂੰ ਨਾਲ ਬਿਠਾਇਆ। ਅਸੀਂ ਹਿੰਦੂ ਮਹਾਸਭਾ ਤੋਂ ਜਿਹੜਾ ਹੈ ਇੰਦਰਾ ਤਿਵਾਰੀ ਜੀ ਹੈ, ਹਿੰਦੂ ਮਹਾਸਭਾ ਦੀ ਪ੍ਰਧਾਨ ਹੈ, ਤੇ ਕਾਂਤਾ ਆਲੜੀਆ ਜੀ ਹੈ। ਇਹਨਾਂ ਨੂੰ ਅੱਜ ਅਸੀਂ ਪੰਜਾਬ ਦੇ ਪ੍ਰਭਾਰੀ ਲਾ ਰਹੇ ਹਾਂ। ਕਾਂਤਾ ਆਲੜੀਆ ਜੀ ਦਲਿਤ ਸਮਾਜ ਤੋਂ ਹੈ, ਤੇ ਰਿਸ਼ਪਾਲ ਰਾਜੂ ਜੀ ਰਿਸ਼ਪਾਲ ਜੋੜਾ ਮਾਜਰਾ ਜੀ ਹੈ। ਇਹਨਾਂ ਨੂੰ ਅਸੀਂ ਅੱਜ ਪੰਜਾਬ ਦੇ ਪ੍ਰਧਾਨ ਬਣਾ ਰਹੇ ਹਾਂ, ਇਹ ਜਰਨਲ ਸਮਾਜ ਤੋਂ। ਤੇ ਅਸੀਂ ਸਾਰਿਆਂ ਦਾ ਜਿਹੜਾ ਹੈ ਤਾਲਮੇਲ ਬਣਾ ਕੇ ਮਜ਼ਦੂਰ, ਕਿਸਾਨ, ਸ਼ਹਿਰ ਵਾਲੇ, ਰੇਹੜੀ ਫੜੀ ਵਾਲੇ, ਆਮ ਜਿਹੜਾ ਬੰਦਾ ਹੈ, ਸਾਡੀ ਜਿਹੜੀ ਪਾਰਟੀ ਕੰਮ ਕਰੇਗੀ ਉਹ ਆਮ ਸਮਾਜ ਵਾਸਤੇ, ਸਾਰੇ ਸਮਾਜ ਵਾਸਤੇ ਕੰਮ ਕਰੇਗੀ ਤੇ ਸਾਰੇ ਸਮਾਜ ਨੂੰ ਆਪਾਂ ਜੋੜ ਕੇ ਚੱਲਾਂਗੇ। ਸਾਡੀ ਜਿਹੜੀ ਪਾਰਟੀ ਹੈ ਉਹ ਜਾਤੀ ਨਿਰਪੇਖ ਰਹੇਗੀ, ਉਹ ਧਰਮ ਨਿਰਪੇਖ ਰਹੇਗੀ। ਤੇ ਜਿਹੜਾ ਸਾਡਾ ਮੂਲ ਮਕਸਦ ਪਾਰਟੀ ਦਾ ਹੈ ਉਹ ਇਹ ਹੋਏਗਾ ਵੀ ਵੱਡੇ ਲੋਕਾਂ ਦੀ ਜੇਬ ਚੋਂ ਪੈਸਾ ਨਿਕਲੇ ਤੇ ਸਭ ਤੋਂ ਛੋਟੇ ਲੋਕਾਂ ਦੀ ਜੇਬ ਵਿੱਚ, ਸਭ ਤੋਂ ਗਰੀਬ ਲੋਕਾਂ ਦੀ ਜੇਬ ਵਿੱਚ ਪੈਸਾ ਜਾਏ। ਮੂਲ ਮਕਸਦ ਜਿਹੜਾ ਹੋਏਗਾ ਉਹ ਸਮਾਨਤਾ ਲਿਆਉਣ ਦਾ ਹੋਏਗਾ, ਨਿਆਂ ਲਿਆਉਣ ਦਾ ਹੋਏਗਾ, ਨਸ਼ਾਖੋਰੀ ਰੋਕਣ ਦਾ ਹੋਏਗਾ, ਇਲਾਜ ਫ੍ਰੀ ਕਰਨ ਦਾ ਹੋਏਗਾ, ਪੜ੍ਹਾਈ ਫ੍ਰੀ ਕਰਨ ਦਾ ਹੋਏਗਾ। ਜਿਹੜੇ ਸਾਡੇ ਯੁਵਾ ਵਿਦੇਸ਼ਾਂ ਨੂੰ ਜਾ ਰਹੇ ਨੇ ਉਹਨਾਂ ਵਾਸਤੇ ਵੀ ਅਸੀਂ ਜਿਹੜਾ ਹੈ ਏਜੰਟਾਂ ਦੇ ਚੂੰਗਲ ਤੋਂ ਬਚਾ ਕੇ ਉਹਨਾਂ ਨੂੰ ਸਰਕਾਰੀ ਏਜੰਸੀਆਂ ਆਪਾਂ ਖੜੀ ਕਰਾਂਗੇ ਜਿਹੜੀ ਉਹਨਾਂ ਨੂੰ ਬਾਹਰ ਭੇਜਣ ਦਾ ਕੰਮ ਕਰਨ। ਉਹ ਸਾਰੀ ਚੀਜ਼ਾਂ ਅਸੀਂ ਜਿਹੜਾ ਹੈ ਜਿਹੜੀ ਸਮਾਜ ਨੂੰ ਲੋੜ ਹੈ ਉਹਨਾਂ ਵਾਸਤੇ ਸਾਡੀ ਪਾਰਟੀ ਜਿਹੜੀ ਉਹ ਕੰਮ ਕਰੇਗੀ। ਤੇ ਅੱਜ ਤੋਂ ਸਾਡੀ ਪਾਰਟੀ ਦਾ ਨਾਮ ਸੰਯੁਕਤ ਸੰਘਰਸ਼ ਪਾਰਟੀ ਹੋਏਗਾ। ਇਸ ਤੋਂ ਥੱਲੇ ਆਪਾਂ ਜਿਹੜਾ 2022 ਦਾ ਇਲੈਕਸ਼ਨ ਹੈ ਪੰਜਾਬ ਦਾ ਉਹ ਲੜਾਂਗੇ। ਪੰਜਾਬ ਤੋਂ ਸ਼ੁਰੂਆਤ ਹੈ ਤੇ ਅੱਗੇ ਜਿਵੇਂ ਜਿਵੇਂ ਵੀ ਤੁਹਾਡਾ ਸਹਿਯੋਗ ਮਿਲਦਾ ਰਹੇਗਾ ਉਵੇਂ ਉਵੇਂ ਅੱਗੇ ਵਧਦੇ ਜਾਵਾਂਗੇ। ਤੇ ਮੇਰੀ ਸਾਰੇ ਜਿਹੜੇ ਮੀਡੀਆ ਵਾਲੇ ਵੀਰ ਨੇ ਉਹਨਾਂ ਨੂੰ ਇੱਕ ਬੇਨਤੀ ਇਹ ਹੈ ਵੀ ਸਾਡਾ ਮਕਸਦ ਪਾਰਟੀ ਬਣਾ ਕੇ ਅਮੀਰ ਹੋਣਾ, ਮਲਾਈ ਖਾਣਾ ਨਹੀਂ ਹੈ। ਸਾਡਾ ਮਕਸਦ ਇਸ ਦੇਸ਼ ਨੂੰ ਬਚਾਉਣਾ ਹੈ ਤੇ ਤੁਸੀਂ ਸਾਰੇ ਵੀ ਇਸ ਦੇਸ਼ ਦੇ ਵਾਰਿਸ ਹੋ, ਤੁਸੀਂ ਸਾਰੇ ਵੀ ਇਸ ਦੇਸ਼ ਦੇ ਨਾਗਰਿਕ। ਜਿਹੜਾ ਮੀਡੀਆ ਉਹਨੂੰ ਚੌਥਾ ਸਤੰਭ ਕਿਹਾ ਜਾਂਦਾ ਹੈ, ਲੋਕਤੰਤਰ ਦਾ ਚੌਥਾ ਸਤੰਭ ਕਿਹਾ ਜਾਂਦਾ ਹੈ। ਤੇ ਜਿੰਨੀ ਕੁ ਜ਼ਿੰਮੇਵਾਰੀ ਸਾਡੀ ਹੈ ਇੰਨੀ ਕੁ ਜ਼ਿੰਮੇਵਾਰੀ ਤੁਹਾਡੀ ਹੈ। ਤੇ ਇਸ ਦੇਸ਼ ਨੂੰ ਬਚਾਉਣ ਵਾਸਤੇ, ਇਸ ਸਮਾਜ ਨੂੰ ਬਚਾਉਣ ਵਾਸਤੇ, ਆਪਣੇ ਲੋਕਾਂ ਨੂੰ ਬਚਾਉਣ ਵਾਸਤੇ ਤੁਸੀਂ ਵੀ ਜਿਹੜਾ ਇਹਦੇ 'ਚ ਜਿੰਨਾ ਵੀ ਤੁਸੀਂ ਆਪਣੇ ਸਮਰੱਥਾ ਅਨੁਸਾਰ ਇਹਦੇ 'ਚ ਸਹਿਯੋਗ ਕਰ ਸਕਦੇ ਹੋ, ਕਿਉਂਕਿ ਲੋਕਾਂ ਤੱਕ ਖਬਰ ਜਿਹੜੀ ਉਹ ਤੁਸੀਂ ਪਹੁੰਚਾਉਣੀ ਹੁੰਦੀ ਹੈ, ਲੋਕਾਂ ਨੂੰ ਤੁਸੀਂ ਇੱਕ ਤਰ੍ਹਾਂ ਦਾ ਪੜ੍ਹਾਉਣਾ ਹੁੰਦਾ ਹੈ। ਤੇ ਉਹਦੇ 'ਚ ਅਸੀਂ ਬੇਨਤੀ ਕਰਾਂਗੇ, ਰਿਕੁਐਸਟ ਕਰਾਂਗੇ ਤੁਹਾਡੇ ਅੱਗੇ ਵੀ ਪੰਜਾਬ ਨੂੰ ਬਚਾਉਣ ਵਾਸਤੇ, ਦੇਸ਼ ਨੂੰ ਬਚਾਉਣ ਵਾਸਤੇ ਤੁਸੀਂ ਆਪਣਾ ਪੂਰਾ ਯੋਗਦਾਨ ਇਹਦੇ 'ਚ ਪਾਓ। ਤੇ ਇੰਨੀ ਕੁ ਬੇਨਤੀਆਂ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੇ ਥੋੜ੍ਹਾ ਜਿਹਾ 2 ਮਿੰਟ ਵਾਸਤੇ ਬੋਲ ਲੈਣ ਸਾਰੇ। ਰਿਸ਼ਪਾਲ ਸਿੰਘ ਜੋੜਾ ਮਾਜਰਾ ਇਹਨਾਂ ਨੂੰ ਆਪਾਂ ਪ੍ਰਧਾਨ ਲਾ ਰਹੇ ਹਾਂ। ਮੇਰੇ ਸਾਰੇ ਹੀ ਸਤਿਕਾਰਯੋਗ ਪੱਤਰਕਾਰ ਵੀਰ, ਮੇਰੀਆਂ ਭੈਣਾਂ, ਮੇਰੇ ਪਾਰਟੀ ਦੇ ਵਰਕਰ ਸਾਹਿਬਾਨ, ਮੈਂ ਤੁਹਾਡਾ ਇੱਥੇ ਆਉਣ ਤੇ ਸਾਰਿਆਂ ਦਾ ਬਹੁਤ ਬਹੁਤ 1 ਸਾਲ ਦੇ ਸੰਘਰਸ਼ ਦੇ ਵਿੱਚ ਦੇਖਿਆ, ਭੁਗਤਿਆ। 750 ਸ਼ਹੀਦੀਆਂ ਸਾਡੇ ਕਿਸਾਨਾਂ ਵੀਰਾਂ ਦੀਆਂ, ਭੈਣਾਂ ਦੀਆਂ ਹੋਈਆਂ, ਜਿਹਦੇ ਵਿੱਚ ਜੇ ਮੈਂ ਗਲਤ ਨਾ ਹੋਵਾਂ 10-12 ਤੱਕ ਕਤਲ ਕੀਤਾ ਗਿਆ। ਜੋ ਜਾਤੀਆਂ ਸਾਡੇ ਨਾਲ ਉੱਥੇ ਹੋਈਆਂ, ਪਤਾ ਨਹੀਂ ਕਿਹੜਾ ਨਾਂ ਕਿਸਾਨਾਂ ਨੂੰ ਦਿੱਤਾ ਗਿਆ, ਉਹਨਾਂ ਤੇ ਕਹੇ ਜੇ ਤਸੱਦਦ ਕੀਤੇ ਗਏ। ਇੱਕ ਸਾਨੂੰ ਲੁੱਟਿਆ ਜਾ ਰਿਹਾ ਸੀ, ਦੂਜਾ ਕੁੱਟਿਆ ਜਾ ਰਿਹਾ ਸੀ, ਤੀਜਾ ਸਾਡੇ ਇੱਕ ਇਨਸਾਨੀਅਤ ਨੂੰ ਠੇਸ ਪਹੁੰਚਾਈ ਜਾ ਰਹੀ ਸੀ। ਫਿਰ ਪ੍ਰਧਾਨ ਜੀ ਨੇ ਸੋਚਿਆ ਕਿ ਲੋਹੇ ਨੂੰ ਲੋਹਾ ਕੱਟਦਾ ਹੈ,
ਜ਼ਹਿਰ ਨੂੰ ਜ਼ਹਿਰ ਮਾਰਦਾ ਹੈ। ਜਿਵੇਂ ਇਹਨਾਂ ਨੇ ਦੱਸਿਆ, ਵਿਗੜੀ ਹੋਈ ਰਾਜਨੀਤੀ ਤਾਂ ਰਾਜਨੀਤੀ ਨਾਲ ਹੀ ਠੀਕ ਕੀਤੀ ਜਾ ਸਕਦੀ ਹੈ। ਇਸ ਕਰਕੇ ਇਹ ਪਾਰਟੀ ਬਣਾਉਣ ਦਾ ਜਿਹੜਾ ਇੱਕ ਵਿਚਾਰ ਮਨ ਚ ਆਇਆ। ਕਈ ਵੀਰਾਂ ਦਾ ਸਵਾਲ ਹੈ ਕਿ ਪੰਜਾਬ ਤੋਂ ਹੀ ਕਿਉਂ? ਇਹਦੇ 2-3 ਕਾਰਨ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਮਿਸ਼ਨ ਵੈਸਟ ਬੰਗਾਲ ਚਲਾਇਆ, ਉੱਥੇ ਸਾਨੂੰ ਪਤਾ ਸੀ ਕਿ ਭਾਜਪਾ ਤੇ ਤਰਮੂਲ ਕਾਂਗਰਸ ਦੇ ਵਿੱਚ ਲੜਾਈ ਸੀ। ਉੱਥੇ ਭਾਜਪਾ ਦਾ ਵਿਰੋਧ ਕੀਤਾ ਤਾਂ ਆਟੋਮੈਟਿਕਲੀ ਤਰਮੂਲ ਕਾਂਗਰਸ ਜਿੱਤੀ। ਫਿਰ ਮਿਸ਼ਨ ਯੂਪੀ ਦੀ ਗੱਲ ਆਈ, ਉਹਦੀ ਵੀ ਲੜਾਈ ਸ਼ੁਰੂ ਕੀਤੀ। ਜਦੋਂ ਪ੍ਰਧਾਨ ਜੀ ਨੇ ਮਿਸ਼ਨ ਪੰਜਾਬ ਬਾਰੇ ਪੁੱਛਿਆ ਤੇ ਕਈ ਸੱਜਣਾਂ ਦੇ ਵਿਚਾਰ ਸੀ ਕਿ ਇੱਥੇ ਭਾਜਪਾ ਇੰਨੀ ਸਟਰੋਂਗ ਨਹੀਂ ਹੈ ਤੇ ਇੱਥੇ ਆਪਾਂ ਮਦਦ ਵੀ ਕਿਹਦੀ ਕਰਾਂਗੇ, ਕਿਉਂਕਿ ਸਾਰੀਆਂ ਪਾਰਟੀਆਂ ਇਹਦੇ ਵਿੱਚ ਦੋਸ਼ੀ ਨੇ। ਭਾਵੇਂ ਕਾਂਗਰਸ ਹੈ, ਭਾਵੇਂ ਅਕਾਲੀ ਦਲ ਹੈ, ਇਹ ਕਿਤੇ ਨਾ ਕਿਤੇ ਭਾਈਵਾਲ ਰਹੀਆਂ ਨੇ। ਆਮ ਆਦਮੀ ਪਾਰਟੀ ਨੇ ਕਦੇ ਵੀ ਕਾਰਪੋਰੇਟ ਘਰਾਣੇ ਦਾ ਨਾ ਤਾਂ ਵਿਰੋਧ ਕੀਤਾ। ਸਭ ਤੋਂ ਪਹਿਲਾਂ ਇੱਕ ਕਾਨੂੰਨ ਦੀ ਨੋਟੀਫਿਕੇਸ਼ਨ ਕਰਕੇ ਹਿੱਤਾਂ ਤੇ ਸੱਟ ਮਾਰੀ, ਨਾ ਬਚਣ ਕਰਕੇ ਸਾਨੂੰ ਇਹ ਆਪਣੀ ਪਾਰਟੀ ਬਣਾਉਣੀ ਪਈ। ਫਿਰ ਪੰਜਾਬ 'ਚ ਕਿਉਂ? ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਸ ਅੰਦੋਲਨ ਤੋਂ ਬਾਅਦ ਪਹਿਲੀ ਇਲੈਕਸ਼ਨ ਪੰਜਾਬ ਦੇ ਵਿੱਚ ਹੈ। ਅੱਜ ਅੰਦੋਲਨ ਦਾ ਹਰ ਇੱਕ ਹਿੱਸਾ, ਭਾਵੇਂ ਉੱਥੇ ਦੁੱਖ ਭੋਗੇ, ਸ਼ਹਾਦਤਾਂ ਹੋਈਆਂ ਜਾਂ ਉੱਥੇ ਜਾਗਰੂਕ ਆਈ, ਜੋ ਜਾਗਰੂਕ ਹੋਏ ਸਾਡੇ ਨੌਜਵਾਨ, ਸਾਡੇ ਪੂਰੇ ਭਾਰਤ ਦੇ ਦੇਸ਼ ਦੇ ਵਾਸੀ ਜਾਗਰੂਕ ਹੋਏ। ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਕਿ ਕਿਉਂਕਿ ਜਦੋਂ ਵੀ ਕੋਈ ਬਦਲਾਅ ਜਾਂ ਕੋਈ ਸੰਘਰਸ਼ ਦੀ ਗੱਲ ਆਈ ਹੈ ਤਾਂ ਪੰਜਾਬ ਉਹਦੇ 'ਚ ਮੋਹਰੀ ਰਿਹਾ। ਇਹਨਾਂ ਗੱਲਾਂ ਨੂੰ ਦੇਖਦੇ ਹੋਏ ਇਹਦੀ ਜਿਹੜੀ ਸ਼ੁਰੂਆਤ ਹੈ ਉਹ ਪੰਜਾਬ ਤੋਂ ਕੀਤੀ ਗਈ ਹੈ। ਇਸ ਕਰਕੇ ਅਸੀਂ ਇਹ ਬੇਗਲ ਪੰਜਾਬ 'ਚ ਵਜਾਇਆ। ਜੇਕਰ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ ਨੇ, ਪੰਜਾਬ ਦੇ ਲੋਕ ਸਾਨੂੰ ਸਾਥ ਦਿੰਦੇ ਨੇ, ਤੁਸੀਂ ਸਾਰੇ ਲੋਕ ਜੋ ਪੰਜਾਬ ਦੇ ਵਾਸੀ ਹੋ, ਭਾਵੇਂ ਮੀਡੀਆ ਵਾਲੇ ਹੋ, ਭਾਵੇਂ ਕੋਈ ਕਿਸੇ ਵੀ ਕਿੱਤੇ ਵਾਲੇ ਹੋ, ਜੇ ਸਾਨੂੰ ਸਾਥ ਦਿੰਦੇ ਹੋ ਤਾਂ ਅਸੀਂ ਇੱਕ ਮਾਡਲ ਪੇਸ਼ ਕਰਕੇ, ਕਿਉਂਕਿ ਸਾਰੀਆਂ ਪਾਰਟੀਆਂ ਕਹਿੰਦੇ ਨੇ, ਕਿਸੇ ਨੇ ਨਵਾਂ ਪੰਜਾਬ ਦਾ ਨਾਅਰਾ ਦਿੱਤਾ, ਕਿਸੇ ਨੇ ਸੁੰਦਰ ਪੰਜਾਬ ਦਾ ਨਾਅਰਾ ਦਿੱਤਾ, ਸਾਰੀ ਇਹੀ ਗੱਲ ਕਹਿੰਦੇ ਨੇ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ। 10 ਸਾਲ ਲਗਾਤਾਰ ਰਾਜ ਕਰਨ ਵਾਲੀ ਅਕਾਲੀ ਦਲ ਨੇ ਵੀ ਇਹੀ ਨਾਅਰਾ ਦਿੱਤਾ ਪੰਜਾਬ ਦੇ ਬਦਲਾਅ ਦਾ। ਸਾਡੇ ਲੋਕ ਕਨਫਿਊਜ਼ ਨੇ ਕਿ ਇਹ ਬਦਲਾਅ ਕਿਵੇਂ ਆਊਗਾ। ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਲੋਕਾਂ ਨੂੰ ਆ ਫ੍ਰੀ ਵਾਲੇ ਕੰਮਾਂ ਦੀ ਕਿਸੇ ਤਰ੍ਹਾਂ ਦੀ ਅਸੀਂ ਕੋਈ ਲਾਰਾ ਨਹੀਂ ਲਾਉਂਦੇ। ਦੂਜਾ, ਇੱਕ ਰੋਡ ਮੈਪ ਅਸੀਂ ਤਿਆਰ ਕੀਤਾ ਹੈ, ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਾਂਗੇ, ਜਿਹੜਾ ਬਖੂਬੀ ਤੁਹਾਨੂੰ ਇਹ ਦੱਸੂਗਾ ਕਿ ਬਾਕੀ ਕਿਵੇਂ ਪੰਜਾਬ ਦੇ ਵਿੱਚ ਚੇਂਜ ਲਿਆਂਦੀ ਜਾ ਸਕਦੀ ਹੈ। ਸੋ ਇਹਨਾਂ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸੰਯੁਕਤ ਸੰਘਰਸ਼ ਪਾਰਟੀ ਦਾ ਸਾਥ ਦਿਓ। ਇਹਨਾਂ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਸਾਡੇ NRI ਵੀਰ ਸਰਦਾਰ ਕਰਮਜੀਤ ਸਿੰਘ ਜੋਲ ਜੀ ਸਾਡੇ ਨਾਲ ਬੈਠੇ ਨੇ, ਥੋੜੇ ਜਿਹੇ ਲੇਟ ਹੋ ਗਏ ਤੇ ਉਹਨਾਂ ਦਾ ਵੀ ਵੈਲਕਮ ਕਰਦੇ ਆ। ਹੁਣ ਮੈਂ ਬੇਨਤੀ ਕਰੂੰਗਾ ਰਸ਼ਪਾਲ ਰਾਜੂ ਜੀ, ਜਿਹੜੇ ਕਿ BSP ਦੇ ਸਾਬਕਾ ਪ੍ਰਧਾਨ ਰਹੇ ਨੇ, ਅੱਜ ਕੱਲ੍ਹ ਸਾਡੇ ਨਾਲ ਸੇਵਾ ਨਿਭਾ ਰਹੇ ਨੇ, ਉਹ ਵੀ 2 ਮਿੰਟ ਤੁਹਾਡੇ ਨਾਲ ਲਾਉਣਗੇ। ਰਸ਼ਪਾਲ ਰਾਜੂ ਜੀ।
ਪ੍ਰੈਸ ਬੰਧੂਆਂ ਨੂੰ ਜੈ ਭੀਮ ਜੈ ਭਾਰਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਇਤਿਹਾਸਕ दिन है क्योंकि एक साल किसान ते मजदूर ने संघर्ष किया, 3 काले कानून बने तो सारा देश एकजुट होया। ये बहुत वधिया गल है भी देश विच मजदूर किसान व्यापारी सारे इकट्ठे हुए, फड़ी वाले इकट्ठे हुए और इकट्ठे होकर संघर्ष लड़िया। वो संघर्ष आप पिछले थोड़े दिनों तो असी जित के किसान ते मजदूर मुड़ के पंजाब के अपने अपने थां ते वापस आए और वापस आके और खुशियां भरिया माहौल सी। उस माहौल विचों जदों असी इस संघर्ष विचों निकल रहे हैं तो सानू इंज लगदा भी किते ना किते ये जिहड़ियां साडीआं पुरानियां पार्टियां ये जिम्मेवार है। इन्होंने पहला अकाली भाजपा इन्हों का राज होंदा सी, जदों ये 3 कानून काले कानून बने हैं। ये कहते असी कांग्रेस और सारे पार्टियां तो ये बारे सर्वे भी करवाया सी, सेंटर वाले कहते हैं इन्होंने जैस की है भी बहुत वधिया कानून आ। ਇਹਦਾ मतलब ਜਿਹੜੀਆਂ ਪੁਰਾਣੀਆਂ ਪਾਰਟੀਆਂ ਆ ਕਿਤੇ ਨਾ ਕਿਤੇ ਦੋਸ਼ੀ ਹੈ। ਇਹਨਾਂ ਨੇ ਕਿਸਾਨ ਮਜ਼ਦੂਰ ਤੇ ਵਪਾਰੀ ਫੜੀ ਵਾਲੇ ਇਹਨਾਂ ਨੂੰ ਸੜਕਾਂ ਤੇ ਆਉਣ ਲਈ ਮਜਬੂਰ ਕੀਤਾ। ਇਹਨਾਂ ਨੇ 1 ਸਾਲ ਦਾ ਜਿਹੜਾ ਵਕਫਾ ਆ ਬਹੁਤ ਵੱਡਾ ਸੰਘਰਸ਼ ਉਹ ਉੱਥੇ ਕਰਨਾ ਪਿਆ और ਕਰਨ ਤੋਂ ਬਾਅਦ ਜਿੱਤ ਪ੍ਰਾਪਤ ਹੋਈ ਹੈ और ਇਹਨਾਂ ਸਰਕਾਰਾਂ ਨੂੰ ਗੋਡੇ ਭਾਰ ਕੀਤਾ। ਇਹ ਬਹੁਤ ਬਹੁਤ ਵਧਾਈ ਹੈ। लेकिन इस तो बाद बाबा साहब डॉक्टर भीमराव अंबेडकर जी ने सानू एजुकेशन का अधिकार दिता और एजुकेशन तो बाद उन्होंने होर कहा जे राजा जालम बन जाए, जे राजा जिहड़ा साडा आ प्रधानमंत्री है, साडा मुख मंत्री है, उस गरीबां ते किसानां ते जुल्म करन लग पवे तो फिर उन्होंने थल्ले लाउण दा प्रबंध करना चाहिए। वो प्रबंध की है? बाबा साहब डॉक्टर अंबेडकर ने कहा सी भी मैं एक थानू इहो जिहा एटम बंब दे चलिया। वो एटम बंब जिहदी आवाज़ नहीं आनी 5 सालों बाद इहनूं चलाओ, एक पर्दा लगा होएगा, पर्दे के पिछे तुसीं बटन दबाओगे, अजकल बटन हो गया, जो बटन दबाओगे पता नहीं लगता टू की आवाज़ होएगी, लेकिन वो जिहड़ा राजा आ वो मुड़ के कुर्सी तो थल्ले आएगा, तुसीं कुर्सी के उत्ते जा सकते हैं। और बाबा साहब डॉक्टर अंबेडकर ने कहा सी भाई आओ जी पार्लीमेंट से कब्जा कर लो और विधान सभा से कब्जा कर लो, थोड़े सारे दुखों तकलीफों का हल इत्थे ही है। क्योंकि जे अज दिल्ली की गल करिए, जे राजा कमजोर होंदा तो वह दूजे तीजे दिन ही कह दिंदा भी ठीक है भाई जे तुसीं थानू ये मेरियां गल्लां मेरियां 3 कानून वधिया नहीं लगते मैं वापस लेना। पर 1 साल डटना पिया। क्यों? क्योंकि राजे नूं पता नहीं लग्या, वो कहता कुछ नहीं होंदा, मैं तो राजा आ, वो तो हैलीकॉप्टर उड़ के लंघता रहा। लेकिन इस करके अज जिहड़ा संयुक्त संघर्ष पार्टी बनी है वो किसान ते मजदूर की है। और सरदार गुरनाम सिंह चरूनी जी ये मतलब पूरे देश में एक नाम है इन्हों का। और इन्होंने संघर्ष किया, हर थे पर संघर्ष किया और किसानों ने मजदूरों ने संघर्ष किया। और सारे लोग जान रहे हैं हैलीकॉप्टर तक तो नहीं दिते इन्होंने। लेकिन यहो जिहे इंसान जो पार्टी बनाते हैं असी, क्योंकि असी मजदूर कला चों हाँ, मैं साबका बहुजन समाज पार्टी का प्रधान रहा, मैं इंचार्ज भी रहा। मैं अज असी जदों बहुजन समाज पार्टी ने अकाली दल नाल नाता जोड़ लिया तो फिर असी पिछे हट गए। क्योंकि जिहड़ियां पार्टियां सानू डोब रही हैं, जिन्हां पार्टी ने रल के हथ खड़े किए सी भी 3 कानून काले बनने चाहिए, जिन्हां पार्टियां जिन्हां ते अज भी दोष है भी गुरु ग्रंथ साहब की बेअदबी की है, उन्हां नाल सानू नहीं जाना चाहिए। तो असी मुड़ मजदूरों की पार्टी पंजाब बहुजन समाज पार्टी बनाई और असी सीधे ही मजदूर वर्ग वजों सरदार गुरनाम सिंह चरूनी नाल खड़े हैं और बिल्कुल खड़े रहांगे। एक किसानों ते मजदूरों की पार्टी है, व्यापारियों की पार्टी है, छोटे फड़ी वालों की पार्टी है। इन्हें डट के चलांगे। आने वाला समा जिहड़ा आ वो इतिहासक फैसला करेगा। जय भीम जय भारत। वाहिगुरू जी का खालसा वाहिगुरू जी की फतेह। जताया जा रहा है वो अंदेशा है कि अगर 5 स्टेटों के अंदर भाजपा बढ़िया करती है या जीत जाती है तो ये किसान बिल जो कृषि कानून बिल है दोबारा वापस लाए जाएंगे। इसके ऊपर आपका क्या कहना है और क्या स्ट्रेटेजी आपकी आगे रहेगी? देखिए
वैसे तो ऐसी संभावना नहीं है कि अगर दूसरे स्टेटों में जीत जाती है तो फिर बिल वापस लाएगी, ऐसी संभावना नहीं है। क्योंकि अभी अगर हम देखें तो सारे स्टेट इसमें इस तरह से नहीं लगे थे जिस तरह से हरियाणा पंजाब में आंदोलन हुआ, इस तरह से स्टेटों में नहीं हुआ था। दूसरा जो है कि अगर फिर वापस लाएगी तो हम फिर लड़ने के लिए तैयार हैं। अब हम दोनों तरीके से लड़ेंगे, अब हम अंदर भी लड़ेंगे और अब हम बाहर भी लड़ेंगे।